फ्रेंड्स देखो, मेरी कल कोविड ਦੀ ਰਿਪੋਰਟ ਪੋਜ਼ਿਟਿਵ ਆਈ ਸੀ। ਅੱਜ ਮੇਰਾ ਦੂਜਾ ਦਿਨ ਹੈ ਤੇ ਕਿਉਂਕਿ ਜਿਸ ਹਿਸਾਬ ਨਾਲ ਇਹ ਬਿਮਾਰੀ ਫੈਲ ਰਹੀ ਹੈ, ਇਹ ਲਗਭਗ ਕਿਸੇ ਨਾ ਕਿਸੇ ਦਿਨ ਸਾਰਿਆਂ ਨੂੰ ਇਹਦਾ ਸਾਹਮਣਾ ਕਰਨਾ ਪਵੇਗਾ। ਤੇ ਇਹ ਵੀਡੀਓ ਮੈਂ ਇਸ ਕਰਕੇ ਬਣਾ ਰਿਹਾ ਕਿ ਜਦੋਂ ਬੰਦੇ ਦੀ ਰਿਪੋਰਟ ਪੋਜ਼ਿਟਿਵ ਆਉਂਦੀ ਹੈ ਜਾਂ ਉਸ ਨੂੰ ਕੋਈ ਛੋਟੇ-ਮੋਟੇ ਸਿੰਪਟਮਸ ਹੁੰਦੇ ਤੇ ਇੱਕ ਥੋੜਾ ਜਿਹਾ ਉਸ ਨੂੰ ਧੱਕਾ ਜਿਹਾ ਲੱਗਦਾ ਹੈ ਤੇ ਉਸ ਨੂੰ ਹੁੰਦਾ ਕਿ ਮੈਂ ਹੁਣ ਕੀ ਕਰਾਂ। ਇਹਦੇ ਲਈ ਮੈਂ ਵੈਸੇ ਤਾਂ ਹੁਣ ਸਾਰਿਆਂ ਨੂੰ ਪਤਾ ਹੀ ਹੈ, ਲੇਕਿਨ ਫਿਰ ਵੀ ਜਦੋਂ ਵੀ ਕੋਈ ਤੁਹਾਨੂੰ ਇਸ ਤਰੀਕੇ ਦੇ ਕੋਈ ਹਲਕਾ ਬੁਖਾਰ ਹੁੰਦਾ ਹੈ ਜਾਂ ਖਾਂਸੀ ਹੁੰਦੀ ਹੈ ਜਾਂ ਗਲਾ ਖਰਾਬ ਹੁੰਦਾ ਹੈ ਜਾਂ ਬਾਡੀ ਦੇ ਵਿੱਚ ਦਰਦ ਹੁੰਦਾ ਹੈ, ਤੇ ਕੋਈ ਡਰਨ ਵਾਲੀ ਗੱਲ ਨਹੀਂ। ਤੁਸੀਂ ਸਭ ਤੋਂ ਪਹਿਲਾਂ ਆਪਣਾ ਕੋਵਿਡ ਦਾ ਟੈਸਟ ਕਰਾਓ, ਕਿਉਂਕਿ ਜੇ ਅਰਲੀ ਡਿਟੈਕਸ਼ਨ ਹੋ ਜਾਵੇਗੀ ਤੇ ਉਸ ਦਾ ਇਲਾਜ ਬਹੁਤ ਈਜ਼ੀ ਹੈ। ਐਂਡ ਜਿੱਦਾਂ ਹੀ ਰਿਜ਼ਲਟ ਆਉਂਦਾ ਹੈ, ਜਿੱਦਾਂ ਮੇਰਾ ਕੱਲ ਟੈਸਟ ਹੋਇਆ, ਕੱਲ ਹੀ ਰਿਜ਼ਲਟ ਆ ਗਿਆ ਸੀ ਕਿ ਕੋਵਿਡ ਪੋਜ਼ਿਟਿਵ ਹੈ। ਤੇ ਉਸ ਤੋਂ ਬਾਅਦ ਤੁਸੀਂ ਆਪਣਾ ਪਲਾਨ ਕਰੋ ਕਿ ਕਿਸ ਤਰੀਕੇ ਨਾਲ ਤੁਸੀਂ ਆਪਣਾ ਹੋਮ ਘਰ ਦੇ ਵਿੱਚ ਆਈਸੋਲੇਟ ਹੋਣਾ ਹੈ ਕਿ ਹਸਪੀਟਲ ਜਾਣਾ ਹੈ, ਡਿਪੈਂਡਿੰਗ ਅਪੋਨ ਯੋਰ ਏਜ ਐਂਡ ਸਿੰਪਟਮਸ। ਇਹ ਡਾਕਟਰਸ ਨੇ ਮੈਨੂੰ ਘਰ ਦੇ ਵਿੱਚ ਰਹਿਣ ਦੀ ਸਲਾਹ ਦਿੱਤੀ। ਤੇ ਹੋਮ ਆਈਸੋਲੇਸ਼ਨ ਦੇ ਵਿੱਚ ਕੁਝ ਚੀਜ਼ਾਂ ਦਾ ਆਪਾਂ ਨੂੰ ਧਿਆਨ ਰੱਖਣਾ ਚਾਹੀਦਾ ਹੈ, ਜੋ ਕਿ ਲਗਭਗ ਪਹਿਲਾਂ ਹੀ ਦੱਸੀਆਂ ਜਾ ਚੁੱਕੀਆਂ, ਲੇਕਿਨ ਫਿਰ ਵੀ ਮੈਂ ਇੱਕ ਵਾਰੀ ਦੱਸਣਾ ਚਾਹਾਂਗਾ। ਜੋ ਦੋ ਸਭ ਤੋਂ ਇੰਪੋਰਟੈਂਟ ਚੀਜ਼ ਹੋਮ ਆਈਸੋਲੇਸ਼ਨ ਦੇ ਵਿੱਚ ਹੈ, ਉਹ ਇੱਕ ਤਾਂ ਇਹ ਜਿਸ ਨੂੰ ਸਾਰੇ ਹੀ ਹੁਣ ਜਾਣਦੇ ਆ, ਪਲਸ ਆਕਸੀਮੀਟਰ, ਜੋ ਗੌਰਮੈਂਟ ਵੱਲੋਂ ਮੈਨੂੰ ਫਿਰ ਇੱਕ ਫਤਿਹ ਕਿੱਟ ਦਿੱਤੀ ਗਈ ਜਿਹਦੇ ਵਿੱਚ ਇਹ ਸਾਰੀਆਂ ਚੀਜ਼ਾਂ ਅਵੇਲੇਬਲ ਹੈ। ਇਹ ਆਕਸੀਮੀਟਰ ਦੀ ਰੀਡਿੰਗ ਮੇਰੀ ਲਗਭਗ 96 ਦੀ ਆ ਰਹੀ ਹੈ। ਟੈਂਪਰੇਚਰ ਮੈਜ਼ਰ ਕਰਨ ਲਈ ਥਰਮਾਮੀਟਰ, ਇਹ ਕੱਲ ਮੇਰਾ 101 ਆ ਰਿਹਾ ਸੀ, ਫਿਲਹਾਲ ਮੇਰਾ 98 ਹੈ। ਇਹਨਾਂ ਦੀ ਤੁਸੀਂ ਰੀਡਿੰਗ ਦਿਨ ਦੇ ਵਿੱਚ 3 ਵਾਰੀ ਲੈਂਦੇ ਰਹੋ ਐਂਡ ਉਹਦਾ ਇੱਕ ਕਾਗਜ਼ ਦੇ ਉੱਪਰ ਚਾਰਟ ਬਣਾ ਲਓ, ਤਾਂ ਕਿ ਜਦੋਂ ਵੀ ਕੋਈ ਤੁਹਾਨੂੰ ਕਿਸੇ ਮੈਡੀਕਲ ਇਮਰਜੈਂਸੀ ਦੀ ਜਾਂ ਹੈਲਥ ਅਤੇ ਆਪਣੇ ਡਾਕਟਰ ਸਾਹਿਬ ਨਾਲ ਕੋਈ ਚੀਜ਼ ਆਪਣੀ ਸ਼ੇਅਰ ਕਰਨੀ ਪਵੇ, ਤੁਸੀਂ ਉਸ ਚਾਰਟ ਨੂੰ ਸ਼ੇਅਰ ਕਰ ਸਕੋ ਐਂਡ ਉਹਨਾਂ ਦੀ ਗਾਈਡੈਂਸ ਲੈ ਸਕੋ। ਕੁਝ ਵਿਟਾਮਿਨਸ ਵਗੈਰਾ ਦੀ ਹੈਗੀਆਂ ਚੀਜ਼ਾਂ ਜੋ ਡਾਕਟਰਸ ਪ੍ਰੈਸਕ੍ਰਾਈਬ ਕਰਦੇ ਆ, ਜਿਹੜੀ ਮੈਨੂੰ ਇਹਨਾਂ ਨੇ ਲਿਖੀਆਂ, ਜੋ ਕਿੱਟ ਦੇ ਵਿੱਚ ਵੀ ਅਵੇਲੇਬਲ ਹੈ। ਇਹ ਹੈ ਵਿਟਾਮਿਨ ਸੀ ਦੀ ਜਿਹੜੀ ਟੈਬਲੇਟ ਹੈ, ਲਿਮਸੀ। ਇਹ ਰੋਜ਼ ਦੀ 2-3 ਟੈਬਲੇਟ ਆਪਾਂ ਚੂਸ ਸਕਦੇ ਹਾਂ, 2-3-4 ਤੱਕ ਵੀ ਚੂਸ ਸਕਦੇ ਹਾਂ। ਉਸ ਤੋਂ ਬਾਅਦ ਵਿਟਾਮਿਨ ਡੀ ਦੇ ਸ਼ੈਸ਼ੇ ਹੈ, ਵਿਟਾਮਿਨ ਡੀ ਦੇ ਸ਼ੈਸ਼ੇ ਵੀ ਹੈ, ਕਈ ਵਾਰੀ ਗੋਲੀਆਂ ਹੁੰਦੀਆਂ। ਇਹ ਦਿਨ ਦੇ ਵਿੱਚ, ਇਹ ਹਫਤੇ 'ਚ ਤੁਸੀਂ ਇੱਕ ਲੈ ਸਕਦੇ ਹੋ। ਐਂਡ ਮਲਟੀ ਵਿਟਾਮਿਨ ਹੈ, ਇਹ ਤੁਸੀਂ ਦਿਨ ਦੇ ਵਿੱਚ 2 ਲੈ ਸਕਦੇ ਹੋ। ਸੁਪਰਾਡਿਨ ਹੈ। ਜੇ ਮਲਟੀ ਵਿਟਾਮਿਨ ਨਹੀਂ ਵੀ ਹੁੰਦੀ, ਕੋਈ ਪੈਨਿਕ ਕਰਨ ਦੀ ਲੋੜ ਨਹੀਂ, ਤੇ ਜਸਟ ਇੱਕ ਬਾਡੀ ਦੇ ਵਿੱਚ ਹੁੰਦੀ ਹੈ ਕਿ ਚਲੋ ਕੋਈ ਵਿਟਾਮਿਨ ਦੀ ਕਮੀ ਕਰਕੇ ਕੋਈ ਗੜਬੜ ਨਾ ਹੋਵੇ। ਜਿੰਕ ਦੀ ਗੋਲੀ ਹੈ, ਇਹ ਤੁਸੀਂ 1 ਜਾਂ 2 ਗੋਲੀ ਲੈ ਸਕਦੇ ਹੋ। ਇਹ ਸਾਰੀ ਵਿਟਾਮਿਨਸ ਵਗੈਰਾ ਹੈ, ਇਹਨਾਂ ਕਰਕੇ ਕੋਈ ਪੈਨਿਕ ਵਾਲੀ ਗੱਲ ਨਹੀਂ ਹੈ ਕਿ ਜੇ ਬਾਜ਼ਾਰ ਦੇ ਵਿੱਚ ਨਹੀਂ ਮਿਲ ਰਹੀ ਤਾਂ ਕਿ ਮੈਂ ਠੀਕ ਨਹੀਂ ਹੋਵਾਂਗਾ, ਇਸ ਤਰੀਕੇ ਦੀ ਗੱਲ ਨਹੀਂ ਹੈ। ਜੇ ਆਪਾਂ ਮੈਜਿਕ ਗੋਲੀ ਦੀ ਗੱਲ ਕਰੀਏ ਕਿ ਕਿਹੜੀ ਮੈਜਿਕ ਗੋਲੀ ਹੈ, ਤੇ ਮੇਰੇ ਲਈ ਤਾਂ ਮੈਜਿਕ ਗੋਲੀ ਹੈ ਇਹ ਡੋਲੋ 650 ml, ਕਿਉਂਕਿ ਜਦੋਂ ਬੁਖਾਰ ਸੀ ਮੈਨੂੰ 101 ਐਂਡ ਬਾਡੀ ਐਕ ਹੋ ਰਿਹਾ ਸੀ, ਤੇ ਬਾਡੀ ਮੈਨੂੰ ਲੱਗ ਰਿਹਾ ਸੀ ਸ਼ਾਇਦ ਮੈਨੂੰ ਕੋਈ ਬਹੁਤ ਵੱਡੀ ਬਿਮਾਰੀ ਹੋ ਗਈ ਹੈ। ਲੇਕਿਨ ਇਹ ਗੋਲੀ ਜਦੋਂ ਆਪਾਂ ਲਈ ਡੋਲੋ 650 ml ਪੈਰਾਸੀਟਾਮੋਲ ਸਿੰਪਲ, ਤੇ ਇਹ ਇੱਕਦਮ ਹੀ ਬਾਡੀ ਨੂੰ ਇਹਨੇ ਨਾਰਮਲ ਕਰ ਦਿੱਤਾ। ਐਂਡ ਇਹ SOS ਲੈਣੀ ਹੁੰਦੀ ਹੈ ਜਦੋਂ ਕੋਈ ਸਿੰਪਟਮ ਹੋਵੇ। ਹਾਲਾਂਕਿ ਮੈਂ ਕੱਲ ਦੀ 2 ਗੋਲੀਆਂ ਲੈ ਚੁੱਕਿਆ, ਇੱਕ ਵਾਰੀ ਦਿਨ ਦੇ ਟਾਈਮ ਲਈ ਸੀ, ਇੱਕ ਵਾਰੀ ਰਾਤ ਲਈ ਸੀ। ਉਸ ਤੋਂ ਬਾਅਦ ਕਿਉਂਕਿ ਬੁਖਾਰ ਵਗੈਰਾ ਨਹੀਂ ਹੋਇਆ, ਉਹ ਮੈਂ ਨਹੀਂ ਲਈਆਂ। ਲੇਕਿਨ ਇਹ ਮੈਜਿਕ ਗੋਲੀ ਜਿਸ ਨੂੰ ਆਪਾਂ ਕਹਿ ਸਕਦੇ ਹਾਂ ਡੋਲੋ 650, ਇਸੀ ਤਰੀਕੇ ਦੀ ਪੈਰਾਸੀਟਾਮੋਲ ਕਾਫੀ ਸਾਰੀਆਂ ਆਉਂਦੀਆਂ, ਉਹਨਾਂ ਨੂੰ ਵੀ ਆਪਾਂ ਉਸੇ ਕੈਟੇਗਰੀ ਦੇ ਵਿੱਚ ਰੱਖ ਸਕਦੇ ਹਾਂ। ਨੈਕਸਟ ਗੋਲੀ ਹੈ ਆਪਣੀ ਟੌਪਸਿਡ 40 mg, ਕਿਉਂਕਿ ਹੁੰਦਾ ਕੀ ਹੈ ਕਿ ਬੈਠੇ ਬੈਠੇ ਆਪਾਂ ਆਈਸੋਲੇਸ਼ਨ ਦੇ ਵਿੱਚ ਬਾਡੀ ਦੇ ਵਿੱਚ ਕਈ ਵਾਰੀ ਗੈਸ ਵਗੈਰਾ ਟਾਈਪ ਦੀ ਚੀਜ਼ ਬਣ ਜਾਂਦੀ ਹੈ, ਤੇ ਉਸ ਨੂੰ ਇਹ ਠੀਕ ਰੱਖਦੀ ਹੈ, ਡਾਈਜੈਸ਼ਨ ਵਗੈਰਾ ਨੂੰ। ਟੌਪਸਿਡ 40 mg। ਐਂਡ ਇੱਕ ਹੈ, ਕਿਉਂਕਿ ਮੇਰਾ ਥੋੜਾ ਗਲਾ ਵੀ ਖਰਾਬ ਸੀ, ਇਹ ਸੈਟਰੀਜਨ ਦੀ ਗੋਲੀ ਹੈ। ਕਾਫੀ ਸਾਰੇ ਬ੍ਰਾਂਡਸ ਆਉਂਦੇ ਆ, ਜਿਹੜਾ ਸਭ ਤੋਂ ਸਸਤਾ ਸਾਨੂੰ ਮਿਲਿਆ ਸੀ ਉਹ ਸੀ ਓਕਾ ਸੈਟ, ਜਿਹੜਾ ਸਿਪਲਾ ਕੰਪਨੀ ਵੱਲੋਂ ਬਣਾਇਆ ਜਾਂਦਾ ਹੈ। 4 ਰੁਪਏ ਦੀ ਇੱਕ ਪੱਤਾ ਹੈ, 17 ਰੁਪਏ MRP ਲਿਖੀ ਹੁੰਦੀ ਹੈ, 4 ਰੁਪਏ ਦੇ ਵਿੱਚ ਮਿਲਦਾ ਹੈ। ਤੇ ਇਹ ਓਕਾ ਸੈਟ, ਇਹ ਵਾਲੀ ਠੀਕ ਰਹਿੰਦੀ ਹੈ। ਬਾਕੀ ਕਾਫੀ ਸਾਰੇ ਬ੍ਰਾਂਡ ਡਾਕਟਰਸ ਮਹਿੰਗਾ ਵੀ ਤੁਹਾਨੂੰ ਪ੍ਰੈਸਕ੍ਰਾਈਬ ਕਰਨਗੇ, ਕੰਮ ਸਾਰਾ ਸੇਮ ਹੀ ਕਰਦੀਆਂ। ਜਿੱਦਾਂ ਆਪਾਂ ਸਪੋਜ਼ ਜਾਣਾ ਹੋਵੇ, ਦਿੱਲੀ ਜਾਣਾ ਹੋਵੇ, ਜੇ ਆਪਾਂ ਟਾਟਾ ਸੂਮੋ ਦੇ ਵਿੱਚ ਵੀ ਜਾ ਸਕਦੇ ਹਾਂ, ਇਨੋਵਾ ਦੇ ਵਿੱਚ ਵੀ ਜਾ ਸਕਦੇ ਹਾਂ, ਮਰਸੀਡੀਜ਼ ਦੇ ਵਿੱਚ ਵੀ ਜਾ ਸਕਦੇ ਹਾਂ। ਤੇ ਇਹ ਇਨੋਵਾ ਟਾਈਪ ਦੀ ਗੋਲੀਆਂ ਹੈਗੀਆਂ, ਮਰਸੀਡੀਜ਼ ਵਾਲੀ ਗੋਲੀਆਂ ਤੁਸੀਂ ਨਹੀਂ ਲੈਣੀਆਂ। ਗਲਾ ਖਰਾਬ ਸੀ ਤੇ ਮੈਂ ਇੱਕ ਇਹ ਐਲੈਕਸ ਕਫ ਸਿਰਪ ਕੋਈ ਵੀ ਲੈ ਸਕਦੇ ਹੋ, ਇੱਕ ਸਸਤਾ ਵਾਲਾ ਵੀ ਆਉਂਦਾ ਹੈ ਉਹਦੇ ਵਿੱਚ। ਇਹ ਸਸਤਾ ਵਾਲਾ ਵੀ ਹੈ, ਮੇਰੇ ਕੋਲ ਪਹਿਲਾਂ ਪਿਆ ਸੀ, ਮੈਂ ਇਹ ਵਾਲਾ ਨਿਕਾਲ ਲਿਆ ਸੀ। ਤੇ ਕਾੜਾ
ਹੋਮਮੇਡ ਵੀ ਤੁਸੀਂ ਬਣਾ ਸਕਦੇ ਹੋ। ਦਿਨ ਦੇ ਵਿੱਚ ਇੱਕ ਵਾਰੀ ਤੁਸੀਂ ਕਾੜਾ ਲੈ ਸਕਦੇ ਹੋ, ਅਦਰਵਾਈਜ਼ ਕਿੱਟ ਦੇ ਵਿੱਚ ਵੀ ਕਾੜਾ ਹੈ ਉਹ ਵੀ ਲੈ ਸਕਦੇ ਹੋ। ਇਹ ਤਾਂ ਸੀਗੀਆਂ ਕਿੱਟ ਦੀਆਂ ਦਵਾਈਆਂ। ਕਿੱਟ ਤੋਂ ਇਲਾਵਾ ਵੀ ਡਾਕਟਰਸ ਨੇ ਮੈਨੂੰ 2 ਗੋਲੀਆਂ 2 ਤਰੀਕੇ ਦੀ ਦਿੱਤੀ ਸੀ, ਮੈਂ ਤੁਹਾਨੂੰ ਦੱਸਦਾ। ਇੱਕ ਸੀ ਇਹ ਐਜੀਥਰੋਲ 500 mg। ਇਹਦੀ ਇੱਕ ਗੋਲੀ ਰੋਜ਼ ਲੈਣੀ ਹੁੰਦੀ ਹੈ ਕਿਉਂਕਿ ਇਹ ਐਂਟੀਬਾਇਓਟਿਕ ਦਾ ਕੰਮ ਕਰਦੀ ਹੈ। ਕੀ ਕਹਿੰਦੇ ਆ, ਐਜੀਥਰੋਲ 500 mg ਦਿਨ ਦੇ ਵਿੱਚ ਇੱਕ ਵਾਰੀ ਲੈਣੀ ਹੁੰਦੀ ਹੈ। ਅਦਰਵਾਈਜ਼ ਜੇ ਤੁਹਾਨੂੰ ਕੋਈ ਸਿੰਪਟਮ ਹੈ, ਬੁਖਾਰ ਵਗੈਰਾ ਹੈ, ਫਿਰ ਹੀ ਇਸ ਨੂੰ ਪ੍ਰੈਸਕ੍ਰਾਈਬ ਕਰਦੇ ਹਨ। ਨਾਰਮਲ ਕੋਵਿਡ ਪੇਸ਼ੈਂਟਸ ਕਈ ਵਾਰੀ ਇਸ ਨੂੰ ਨਹੀਂ ਵੀ ਲੈਣਗੇ ਤਾਂ ਵੀ ਚੱਲ ਜੂਗਾ, ਕਿਉਂਕਿ ਇਹ ਕੋਈ ਨਾਲ ਕੋਈ ਤੁਹਾਨੂੰ ਜੇ ਬੈਕਟੀਰੀਅਲ ਇਨਫੈਕਸ਼ਨ ਹੈ ਉਸ ਨੂੰ ਕੰਟਰੋਲ ਕਰਦੀ ਹੈ। ਐਂਡ ਸੈਕਿੰਡ ਜਿਹੜੀ ਗੋਲੀ ਮੈਨੂੰ ਦਿੱਤੀ ਸੀ ਡਾਕਟਰ ਸਾਹਿਬ ਨੇ ਉਹ ਸੀ ਆਈਵਰਮੈਕਟਿਨ 12 mg। ਇਹਦੀ ਵੀ ਇੱਕ ਗੋਲੀ ਡੇਲੀ ਉਹਨਾਂ ਨੇ ਕਿਹਾ ਸੀ ਲੈ ਲੈਣੀ ਹੈ। ਆਈਵਰਮੈਕਟਿਨ 12 mg ਇੱਕ ਗੋਲੀ ਡੇਲੀ ਲੈ ਲੈਣੀ ਹੈ 4-5 ਦਿਨ ਲਈ। ਅਤੇ ਇਹ ਉਹਨਾਂ ਨੇ ਮੈਡੀਸਿਨਸ ਦਿੱਤੀ ਸੀਗੀਆਂ। ਇਹ ਤਾਂ ਹੋ ਗਈਆਂ ਦਵਾਈਆਂ ਦੀ ਗੱਲ। ਲੇਕਿਨ ਜੋ ਸਭ ਤੋਂ ਇੰਪੋਰਟੈਂਟ ਚੀਜ਼ ਹੈ ਇਸ ਦੇ ਵਿੱਚ, ਦਵਾਈਆਂ ਤਾਂ ਕੋਈ ਖਾਸ ਨਹੀਂ ਹੈ। ਮੈਜਿਕ ਡਰੱਗ ਤਾਂ ਡੋਲੋ ਹੈ ਜੋ ਤੁਹਾਡਾ ਕੋਈ ਬੁਖਾਰ ਆ ਜਾਏ ਉਸ ਨੂੰ ਕੰਟਰੋਲ ਕਰਦੀ ਹੈ। ਬਾਕੀ ਵਿਟਾਮਿਨ ਸੀ ਔਰ ਡੀ ਹੈ ਉਸ ਨੂੰ ਤੁਸੀਂ ਲੈ ਲਿਓ। ਐਂਡ ਜੇ ਕੋਈ ਕਫ ਵਗੈਰਾ ਹੈ ਤਾਂ ਤੁਸੀਂ ਸੈਟਰੀਜਨ ਵਗੈਰਾ ਲੈ ਲਓ। ਔਰ ਟੌਪਸਿਡ ਹੈ, ਟੌਪਸਿਡ ਜ਼ਰੂਰ ਲੈ ਲਓ, ਕਿਉਂਕਿ ਟੌਪਸਿਡ ਜੇ ਤੁਸੀਂ ਨਹੀਂ ਲੈਂਦੇ ਤਾਂ ਤੁਹਾਨੂੰ ਪੇਟ ਦੇ ਵਿੱਚ ਭਾਰੀਪਨ ਆ ਜਾਂਦਾ ਹੈ ਐਂਡ ਤੁਹਾਨੂੰ ਲੱਗਦਾ ਕਿ ਮੈਨੂੰ ਕੋਈ ਬਹੁਤ ਵੱਡੀ ਬਿਮਾਰੀ ਹੈ। 5 ਹੀ ਚੀਜ਼ਾਂ ਇੰਪੋਰਟੈਂਟ ਹੈ: ਵਿਟਾਮਿਨ ਸੀ, ਡੀ, ਟੌਪਸਿਡ, ਸੈਟਰੀਜਨ ਐਂਡ ਡੋਲੋ ਇੰਪੋਰਟੈਂਟ। ਬਾਕੀ ਸਾਰੀ ਚੀਜ਼ਾਂ ਤਾਂ ਕਿੱਟ ਦੇ ਵਿੱਚ, ਆਪਣੀ ਫਤਿਹ ਕਿੱਟ ਦੇ ਵਿੱਚ ਹੈ ਹੀ ਹੈ, ਉਹ ਵੀ ਆਪਾਂ ਲੈ ਹੀ ਰਹੇ ਹਾਂ। ਜੋ ਚੀਜ਼ ਇੰਪੋਰਟੈਂਟ ਹੈ ਉਹ ਹੈ ਕਿ ਤੁਲਸੀ ਦਾ ਪਾਣੀ ਆਪਾਂ ਜ਼ਰੂਰ ਇੱਕ ਟਾਈਮ ਲੈਣਾ ਹੈ। ਤੁਲਸੀ 10-12 ਪੱਤੇ ਪੀਸ ਕੇ ਜਾਂ ਪਿਸਵਾ ਕੇ ਕਿਸੇ ਤੋਂ, ਜਾਂ ਵੈਸੇ ਵੀ ਖਾਲੀ ਵੀ ਧੋ ਕੇ ਤੁਸੀਂ ਤੁਲਸੀ ਦੇ 10 ਪੱਤੇ ਲੈ ਲਓ। ਐਂਡ ਲਿਕੁਇਡ ਵੱਧ ਤੋਂ ਵੱਧ ਲੈਣਾ ਹੈ। ਤੁਸੀਂ ਲਿਕੁਇਡ ਕੋਸ਼ਿਸ਼ ਕਰੋ ਕਿ 12-14 ਗਿਲਾਸ ਕਿਸੇ ਤਰੀਕੇ ਨਾਲ ਤੁਸੀਂ ਲਿਕੁਇਡ ਦੇ ਗਰਮ ਪਾਣੀ ਦੇ ਪੀ ਲਓ। ਐਂਡ ਕੋਈ ਵੀ ਔਰ ਲਿਕੁਇਡ ਫਾਰਮ ਦੇ ਵਿੱਚ ਤੁਸੀਂ ਲੈਣਾ ਚਾਹੁੰਦੇ ਹੋ ਕੋਈ ਚੀਜ਼ਾਂ ਲੈ ਲਓ ਜੋ ਕੁਝ ਤੁਹਾਨੂੰ ਈਜ਼ੀਲੀ ਅਵੇਲੇਬਲ ਹਨ। ਯੋਗਾ ਐਂਡ ਪ੍ਰਾਣਾਯਾਮ ਦਾ ਬਹੁਤ ਫਾਇਦਾ ਹੈ। ਯੋਗਾ ਦੀ ਮੈਟ ਮੈਂ ਆਪਣੇ ਕਮਰੇ ਦੇ ਵਿੱਚ ਹੀ ਲਗਾ ਕੇ ਪਰਮਾਨੈਂਟ ਰੱਖੀ ਹੋਈ ਹੈ। ਐਂਡ ਕੋਸ਼ਿਸ਼ ਕਰੀਏ ਕਿ ਅੱਧਾ ਘੰਟਾ ਐਟਲੀਸਟ ਪ੍ਰਾਣਾਯਾਮ, ਅਨੁਲੋਮ ਵਿਲੋਮ ਐਂਡ ਕਪਾਲਭਾਤੀ, ਇਹ ਜ਼ਰੂਰ ਅੱਧਾ ਘੰਟਾ ਇਹ ਹੋਵੇ ਔਰ ਅੱਧਾ ਘੰਟਾ ਯੋਗਾ ਦੇ ਬਾਕੀ ਸਟ੍ਰੈਚਿੰਗਸ ਵਗੈਰਾ ਹੋ ਜਾਣ। ਸਟੀਮ ਦਾ ਫਾਇਦਾ ਹੁੰਦਾ ਹੈ। ਸਟੀਮਰ ਕਿੱਟ ਦੇ ਵਿੱਚ ਵੀ ਹੈ। ਇਹ ਸਟੀਮਰ 5-5 ਮਿੰਟ 2 ਵਾਰੀ ਆਪਾਂ ਲੈ ਲਈਏ। ਮੈਂ ਵੀ ਲੈਣਾ ਇਹਦਾ। ਕੋਈ ਜੇ ਅੰਦਰ ਬਾਈ ਚਾਂਸ ਇਨਫੈਕਸ਼ਨ, ਵੈਸੇ ਕੋਈ ਮੇਰਾ ਨਾਕ ਵਗੈਰਾ ਕੋਈ ਰੁਕਿਆ ਹੋਇਆ ਨਹੀਂ ਹੈ, ਲੇਕਿਨ ਫਿਰ ਵੀ ਜੇ ਕੋਈ ਅੰਦਰ ਇਨਫੈਕਸ਼ਨ ਵਗੈਰਾ ਹੋਏਗੀ ਉਹ ਠੀਕ ਹੋ ਜਾਵੇਗੀ। ਜੇ ਤੁਹਾਡੇ ਕੋਲ ਫੈਸਿਲਿਟੀ ਹੈ ਕੋਈ ਵਾਕ ਵਗੈਰਾ ਦੀ, ਤੁਸੀਂ ਵਾਕ ਕਰ ਸਕਦੇ ਹੋ। ਮੇਰੇ ਕੋਲ ਫੈਸਿਲਿਟੀ ਹੈ, ਇੱਕ ਮੇਰੇ ਘਰ ਦੇ ਵਿੱਚ ਹੀ ਛੋਟਾ ਜਿਹਾ ਗਰਾਊਂਡ ਹੈ ਜਿੱਥੇ ਕੋਈ ਨਹੀਂ ਜਾਂਦਾ। ਮੈਂ ਉੱਥੇ ਵਾਕ ਕੱਲ੍ਹ ਕਰ ਲਈ ਸੀ ਅਤੇ ਕੋਸ਼ਿਸ਼ ਕਰਾਂਗਾ ਕਿ ਅੱਜ ਵੀ ਕਰ ਲਈ ਜਾਵੇ। ਇੱਕ ਚੀਜ਼ ਜੋ ਇੰਪੋਰਟੈਂਟ ਹੈ ਜੋ ਡਾਕਟਰਸ ਨੇ ਮੈਨੂੰ ਕਹੀ ਹੈ ਉਹ ਇਹ ਹੈ ਕਿ ਦਵਾਈਆਂ ਤਾਂ ਸਾਰੀ ਇੱਕ ਪਾਸੇ, ਜੋ ਸਭ ਤੋਂ ਇੰਪੋਰਟੈਂਟ ਚੀਜ਼ ਹੈ ਉਹ ਹੈ ਕਿ ਪੁੱਠਾ ਲੇਟਣ ਦੀ ਵਿਧੀ ਇੱਕ ਹੁੰਦੀ ਹੈ ਜਿਸ ਨੂੰ ਪ੍ਰੋਨ ਪੋਜੀਸ਼ਨ ਕਹਿੰਦੇ ਹੈ। ਉਹ ਕਹਿੰਦੇ ਕਿ ਉਹ ਸਾਰੀ ਦਵਾਈਆਂ ਦੀ ਇਹ ਜੜੀ ਬੂਟੀ ਹੈ ਕਿ ਆਪਾਂ ਉਲਟਾ ਲੇਟ ਜਾਈਏ। ਉਲਟਾ ਯਾਨੀ ਕਿ ਪੇਟ ਦੇ ਵੱਲ ਲੇਟ ਜਾਈਏ। ਉਹ ਸਾਰੀ ਦਵਾਈਆਂ ਨਾਲੋਂ ਵੀ ਵੱਧ ਕੰਮ ਕਰਦੀ ਹੈ। ਕਹਿੰਦੇ ਕਿ ਉਹ ਡਾਕਟਰਸ ਕਹਿੰਦੇ ਕਿ ਜੀ ਸਾਨੂੰ ਤਾਂ ਵੈਸੇ ਹੀ ਪਬਲਿਕ ਤਾਰੀਫ ਕਰਦੀ ਹੈ, ਜੋ ਸਾਡੇ ਕੋਲ ਵੀ ਵਿਧੀ ਇਹੀ ਹੈ ਕਿ ਅਸੀਂ ਉਹਨਾਂ ਨੂੰ ਉਲਟਾ ਲਿਟਾ ਦਿੰਦੇ ਹਾਂ ਅਤੇ ਉਹਨਾਂ ਦੀ ਜਿਹੜੀ ਆਕਸੀਜਨ ਦੀ ਰਿਕੁਆਇਰਮੈਂਟ ਹੈ ਉਹ ਆਟੋਮੈਟਿਕਲੀ ਬਾਡੀ ਜਨਰੇਟ ਕਰਨ ਲੱਗ ਜਾਂਦੀ ਹੈ। ਯਾਨੀ ਕਿ ਲੰਗਸ ਨੂੰ ਜਗ੍ਹਾ ਮਿਲ ਜਾਂਦੀ ਹੈ ਐਂਡ ਲੰਗਸ ਡਬਲ ਕੰਮ ਕਰਨ ਲੱਗ ਜਾਂਦੇ ਆ। ਅਤੇ ਉਲਟਾ ਮੈਂ ਵੀ ਕੋਸ਼ਿਸ਼ ਇਹੀ ਕਰਦਾ ਕਿ ਜਦੋਂ ਵੀ ਸੋਇਆ ਜਾਵੇ ਉਲਟਾ ਘੰਟਾ 2 ਘੰਟੇ ਜ਼ਰੂਰ ਰਿਹਾ ਜਾਵੇ, ਤਾਂ ਕਿ ਉਹ ਜੋ ਪ੍ਰੋਨ ਪੋਜੀਸ਼ਨ ਦੇ ਜੋ ਫਾਇਦੇ ਹੈ ਉਹਨਾਂ ਨੂੰ ਵੀ ਲੈ ਲਿਆ ਜਾਵੇ। ਅਤੇ ਇਹ ਸੀ ਆਪਣਾ। ਬਾਕੀ ਜੋ ਬਲੱਡ ਟੈਸਟ ਹੈ, ਡਾਕਟਰ ਸਾਹਿਬ ਨੇ ਜ਼ਿਆਦਾ ਬਲੱਡ ਟੈਸਟ ਤਾਂ ਮੇਰੇ ਨਹੀਂ ਕੀਤੇ। CBC ਕੀਤਾ ਹੈ, PVF ਹੁੰਦਾ ਹੈ ਕੋਈ, ਐਂਡ ਇੱਕ CBP ਐਂਡ LFT ਐਂਡ D-ਡਾਈਮਰ ਹੁੰਦਾ ਹੈ।
ਉਹ RFT ਇਹ ਸਾਰੇ ਟੈਸਟ ਕੀਤੇ ਜਿਨ੍ਹਾਂ ਦੀ ਰਿਪੋਰਟ ਹਲੇ ਆਉਣੀ ਹੈ ਤੇ ਉਹ ਜੋ ਵੀ ਰਿਪੋਰਟਸ ਆਉਣਗੀਆਂ ਉਸ ਹਿਸਾਬ ਨਾਲ ਉਹ ਕਰਨਗੇ। ਤੁਸੀਂ ਵੀ ਜਦੋਂ ਵੀ ਕੋਈ ਹੁੰਦਾ ਹੈ ਤੁਸੀਂ ਆਪਣੇ ਇਹ ਚੀਜ਼ਾਂ ਜੋ ਤੁਹਾਡੇ ਨਾਲ ਹੋ ਰਿਹਾ ਤੁਸੀਂ ਉਸ ਨੂੰ ਕਾਗਜ਼ 'ਤੇ ਲਿਖਦੇ ਰਹੋ। ਜਦੋਂ ਵੀ ਕੋਈ ਅਵੇਲੇਬਲ ਹੁੰਦਾ ਹੈ ਡਾਕਟਰਸ ਉਹਨਾਂ ਨੂੰ ਤੁਸੀਂ WhatsApp ਕਰ ਸਕਦੇ ਹੋ। ਪੁਲਿਸ ਵੱਲੋਂ ਵੀ ਅਸੀਂ ਇੱਕ ਗਰੁੱਪ ਬਣਾ ਰਹੇ ਹਾਂ, ਜਿਹੜੇ ਵੀ ਪੇਸ਼ੈਂਟਸ ਹੋਮ ਆਈਸੋਲੇਸ਼ਨ ਦੇ ਵਿੱਚ ਹੋਣਗੇ ਉਹ ਪੁਲਿਸ ਤੱਕ ਸਿੱਧੀ ਆਪਣੀ ਅਪਰੋਚ ਕਰਕੇ ਜੋ ਵੀ ਮੈਡੀਸਿਨਸ ਜਾਂ ਮੈਡੀਕੇਸ਼ਨ ਉਹਨਾਂ ਨੂੰ ਚਾਹੀਦੀ ਹੈ ਉਹ ਠੀਕ ਚੱਲ ਰਹੀ ਹੈ, ਉਹਨਾਂ ਦੀ ਨਹੀਂ ਹੋ ਰਹੀ ਠੀਕ ਚੱਲ ਰਹੀ, ਉਹ ਸਾਰੀ ਗੱਲ ਅਸੀਂ ਉਹਨਾਂ ਦੀ ਡਾਕਟਰਸ ਤੱਕ ਕੰਸਰਨ ਡਾਕਟਰਸ ਤੱਕ ਪਹੁੰਚਾਇਆ ਕਰਾਂਗੇ ਤਾਂ ਕਿ ਉਹਨਾਂ ਨੂੰ ਕੋਈ ਇਸ ਤਰੀਕੇ ਦੀ ਪ੍ਰੋਬਲਮ ਨਾ ਆਵੇ। ਦੇਖੋ ਕੋਰੋਨਾ ਦੀ ਮਹਾਮਾਰੀ ਤਾਂ ਇਹ ਇੱਕ ਪ੍ਰੋਬਲਮ ਵਾਲੀ ਗੱਲ ਸਾਰਿਆਂ ਲਈ ਹੈ, ਲੇਕਿਨ ਆਪਾਂ ਕ੍ਰਿਟੀਸਾਈਜ਼ ਨਹੀਂ ਕਰਨਾ ਕਿਸੇ ਨੂੰ ਵੀ, ਡਾਕਟਰਸ ਨੂੰ ਵੀ, ਐਡਮਿਨਿਸਟ੍ਰੇਸ਼ਨ ਨੂੰ ਵੀ, ਕਿਉਂਕਿ ਸਾਰੇ ਹੀ ਆਪਣਾ ਆਪਣਾ ਕੰਮ ਕਰ ਰਹੇ ਹੈ। ਪਬਲਿਕ ਨੂੰ ਵੀ ਆਪਾਂ ਕ੍ਰਿਟੀਸਾਈਜ਼ ਨਹੀਂ ਕਰ ਸਕਦੇ ਕਿ ਪਬਲਿਕ ਗੱਲ ਨਹੀਂ ਮੰਨ ਰਹੀ, ਪਬਲਿਕ ਬਿਨਾਂ ਕਿਸੇ ਕੰਮ ਦੇ ਬਾਹਰ ਨਿਕਲਦੀ ਰਹਿੰਦੀ ਹੈ, ਕਿਉਂਕਿ 1 ਸਾਲ ਦਾ ਸਮਾਂ ਬੜਾ ਲੰਬਾ ਟਾਈਮ ਹੁੰਦਾ ਹੈ, ਕਿਸੇ ਨੂੰ ਵੀ ਘਰ ਦੇ ਵਿੱਚ ਰੱਖਣਾ ਔਖਾ ਹੁੰਦਾ ਹੈ। ਪਬਲਿਕ ਦੀ ਵੀ ਕਈ ਵਾਰੀ ਬੱਸ ਹੋ ਜਾਂਦੀ ਹੈ ਅਤੇ ਰਲ ਮਿਲ ਕੇ ਆਪਾਂ ਇਸ ਬਿਮਾਰੀ ਦਾ ਸਾਹਮਣਾ ਕਰਨਾ ਹੈ। ਐਂਡ ਮੈਂ ਅਖੀਰ ਦੇ ਵਿੱਚ ਇਹੀ ਕਹਾਂਗਾ ਕਿ ਜਦੋਂ ਵੀ ਕੋਈ ਤੁਹਾਨੂੰ ਇਸ ਤਰੀਕੇ ਦੀ ਕੋਵਿਡ ਦੀ ਪੋਜ਼ੀਟਿਵ ਦੀ ਰਿਪੋਰਟ ਆਉਂਦੀ ਹੈ ਤੁਸੀਂ ਆਪਣੇ ਆਪ ਨੂੰ ਇਮੀਡੀਏਟਲੀ ਆਈਸੋਲੇਟ ਕਰ ਲਿਓ। ਜਿਹੜੇ ਤੁਹਾਡੇ ਨਾਲ ਦੇ ਬੰਦੇ ਹੈ ਉਹਨਾਂ ਦੇ ਤੁਸੀਂ ਟੈਸਟ ਕਰਾਓ ਤਾਂ ਕਿ ਉਹਨਾਂ ਦੇ ਵੀ ਟਾਈਮਲੀ ਡਿਟੈਕਸ਼ਨ ਹੋ ਜਾਏ। ਐਂਡ ਜਿਹੜੇ ਤੁਹਾਡੇ ਕੇਅਰ ਗਿਵਰ ਹੁੰਦਾ ਹੈ ਉਹਦਾ ਤੁਸੀਂ ਧਿਆਨ ਰੱਖੋ, ਕਿਉਂਕਿ ਉਹ ਉਸ ਤੋਂ ਡਿਸਟੈਂਸ ਬਣਾ ਕੇ ਰੱਖੋ, ਉਸ ਨੂੰ ਇਹ ਬਿਮਾਰੀ ਆਪਣੀ ਲਪੇਟ ਦੇ ਵਿੱਚ ਨਾ ਲੈ ਲਵੇ। ਅਤੇ ਖੁਸ਼ ਰਹੋ ਐਂਡ ਹੌਸਲਾ ਰੱਖੋ, ਪਰਮਾਤਮਾ ਦੇ ਉੱਪਰ ਵਿਸ਼ਵਾਸ ਰੱਖੋ, ਆਪਾਂ ਇਸ ਜੰਗ ਨੂੰ ਫਤਿਹ ਕਰਾਂਗੇ। ਐਂਡ ਜੋ ਸਰਕਾਰ ਦਾ ਮਿਸ਼ਨ ਫਤਿਹ ਪ੍ਰੋਗਰਾਮ ਹੈ CM ਸਾਹਿਬ ਦਾ, ਔਰ ਜੋ ਮਿਸ਼ਨ ਫਤਿਹ ਪ੍ਰੋਗਰਾਮ ਹੈ ਉਸ ਨੂੰ ਸਫਲ ਬਣਾਵਾਂਗੇ, ਇਹੀ ਮੈਂ ਆਸ ਕਰਦਾ ਹਾਂ। ਜੈ ਹਿੰਦ।